ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਸਤਸੰਗ ਅਸੀਂ ਸਾਈਂ ਬਾਰੇ ਸ਼ਾਹ ਦੇ ਇੱਕ ਛੋਟੇ ਜਿਹੇ ਸ਼ਬਦ ਤੋਂ ਕਰਾਂਗੇ, ਕਿਉਂਕਿ ਵਾਰਿਸ ਸ਼ਾਹ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਏਗਾ ਕਿ ਉਹ ਵੀ ਆਸ਼ਿਕ ਸੀ, ਆਪਣੇ ਮਾਲਿਕ ਨਾਲ, ਆਪਣੇ ਪ੍ਰਭੂ ਨਾਲ ਇਸ਼ਕ ਕਰਨ ਵਾਲੇ। ਇਸ ਲਈ ਕਾਫੀ ਕਲਾਮ, ਜਿੱਦਾਂ ਬੁੱਲੇ ਸ਼ਾਹ ਦੇ ਕਾਫੀ ਕਲਾਮ, ਇੱਦਾਂ ਹੀ ਵਾਰਿਸ ਸ਼ਾਹ ਦੇ ਵੀ ਕਾਫੀ ਕਲਾਮ ਹੈ। ਤਾਂ ਉਹਨਾਂ ਦੇ ਜੀਵਨ ਦਾ ਇੱਕ ਬੜਾ ਪਿਆਰਾ ਵਾਕਿਆ ਹੈ। ਇੱਕ ਦਿਨ ਉਹ ਆਪਣੀ ਮਸਤੀ ਚਲੇ ਜਾ ਰਹੇ ਸੀ, ਚਲਦਿਆਂ ਚਲਦਿਆਂ ਇੱਕ ਕੂਆਂ ਦੇਖਿਆ ਕਿ ਕੁਛ ਔਰਤਾਂ ਕੂਏ ਦੇ ਉੱਪਰ ਆਪਣੇ ਆਪਣੇ ਘੜੇ ਲੈ ਕੇ ਖੜੀਆਂ ਹੈ, ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਪਾਣੀ ਭਰਨ ਦਾ। ਕਿਉਂਕਿ ਪਹਿਲੇ ਸਮੇਂ 'ਚ ਪਿੰਡਾਂ 'ਚ ਖੂਹ ਹੁੰਦੇ ਸੀ, ਕੂਏ, ਜਿੱਥੇ ਬੰਦਾ ਜਾਂਦਾ ਸੀ ਪਾਣੀ ਲੈਣ ਵਾਸਤੇ। ਤਾਂ ਵਾਰਿਸ ਸ਼ਾਹ ਨੂੰ ਵੀ ਪਿਆਸ ਲੱਗੀ ਸੀ, ਪਰ ਉਹਨਾਂ ਨੇ ਦੇਖਿਆ ਕਿ ਹਾਲੇ ਕਾਫੀ ਔਰਤਾਂ ਹੈ, ਪਹਿਲਾਂ ਇਹ ਪਾਣੀ ਭਰ ਲੈਣ, ਉਸ ਤੋਂ ਬਾਅਦ ਮੈਂ ਪਾਣੀ ਪੀ ਲਊਂਗਾ। ਇਹ ਸੋਚ ਕੇ ਇਹ ਇੱਕ ਪੇੜ ਦੇ ਥੱਲੇ ਬਹਿ ਗਏ। ਜਿਸਲੇ ਪੇੜ ਦੇ ਥੱਲੇ ਬੈਠੇ ਔਰ ਉਹਨਾਂ ਨੂੰ ਪਾਣੀ ਭਰਦਾ ਦੇਖਿਆ, ਤਾਂ ਵਾਰਿਸ ਸ਼ਾਹ ਨੇ ਬੈਠੇ ਬੈਠੇ ਇੱਕ ਸ਼ਬਦ ਉਚਾਰਨ ਕੀਤਾ। ਕੀ ਕਹਿੰਦੇ ਵਾਰਿਸ ਸ਼ਾਹ? ਜ਼ਰਾ ਧਿਆਨ ਦੇਣਾ ਕਿ ਪਾਣੀ ਭਰਨ ਸਭ ਆਈਆਂ, ਪਾਣੀ ਭਰਨ ਸਭ ਆਈਆਂ, ਮਨ ਵਿੱਚ ਸ਼ੌਕ ਬੜੇ। ਪਾਣੀ ਭਰਨ ਸਭ ਆਈਆਂ, ਮਨ ਵਿੱਚ ਸ਼ੌਕ ਬੜੇ, ਪਰ ਭਰਿਆ ਉਸ ਦਾ ਜਾਣੀਏ ਜਿਸ ਹੱਥ ਵਿੱਚ ਇਸ਼ਕ ਘੜੇ। ਹੁਣ ਉਹਨਾਂ ਨੂੰ ਪਾਣੀ ਭਰਦਿਆਂ ਦੇਖ ਕੇ ਸਾਈਂ ਬਾਰੇ ਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ। ਤਾਂ ਜ਼ਰਾ ਹੁਣ ਧਿਆਨ ਦੇਣਾ, ਇਹ ਜੋ ਬਾਰੇ ਸ਼ਾਹ ਨੇ ਸ਼ਬਦ ਉਚਾਰਿਆ ਨਾ, ਉਹ ਸਿਰਫ ਉਹਨਾਂ ਔਰਤਾਂ ਵਾਸਤੇ ਨਹੀਂ ਸੀ ਜੋ ਘੜੇ ਲੈ ਕੇ ਖੜੀਆਂ ਸੀ। ਇਹ ਇਸ਼ਾਰਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕੀਤਾ। ਹੁਣ ਜ਼ਰਾ ਇਸ਼ਾਰੇ ਨੂੰ ਸਮਝਣਾ ਹੈ ਸੀ, ਕਿਉਂਕਿ ਜਿਹੜਾ ਇਸ਼ਾਰੇ ਸਮਝ ਲੈਂਦਾ ਹੈ ਫਿਰ ਉਹੀ ਭਰਪੂਰ ਹੋ ਜਾਂਦਾ ਹੈ। ਹੁਣ ਸਾਈਂ ਬਾਰਿਸ ਸ਼ਾਹ ਦੇ ਇਸ ਕਲਾਮ ਦੇ ਅੰਦਰ ਇਸ਼ਾਰਾ ਕੀ ਹੈ ਕਿ ਪਾਣੀ ਭਰਨ ਸਭ ਆਈਆਂ, ਮਨ ਵਿੱਚ ਸ਼ੌਕ ਬੜੇ। ਹੁਣ ਇਸ਼ਾਰਾ ਸਮਝੋ, ਗਹਿਰਾਈ ਸਮਝੋ ਕਿ ਅਸੀਂ ਜਿੰਨੇ ਵੀ ਜੀਵ ਨਾ, ਇਹ ਸੰਸਾਰ ਦੇ ਉੱਪਰ ਇਹ ਰੂਹਾਂ ਆਈਆਂ ਹੈ। ਜਦੋਂ ਰੂਹਾਂ ਇਸ ਸੰਸਾਰ ਤੇ ਆਂਦੀਆਂ ਹੈ ਤਾਂ ਜ਼ਰਾ ਧਿਆਨ ਦੇਣਾ, ਉਹ ਰੂਹਾਂ ਸੰਸਾਰ ਤੇ ਆਂਦੀਆਂ ਪਾਣੀ ਭਰਨ ਵਾਸਤੇ, ਔਰ ਪਾਣੀ ਕੀ ਹੈ? ਉਹ ਪਰਮਾਤਮਾ। ਪਰ ਇਨਸਾਨ ਉਹ ਪਾਣੀ ਭਰਨਾ ਭੁੱਲ ਕੇ ਉਹਦੇ ਮਨ 'ਚ ਇੰਨੇ ਸ਼ੌਕ ਹੁੰਦੇ ਹੈ, ਇੰਨੀਆਂ ਉਹਦੇ ਮਨ 'ਚ ਇੱਛਾਵਾਂ ਹੁੰਦੀਆਂ ਹੈ, ਜਿੱਦਾਂ ਬੰਦੇ ਨੂੰ ਹੁੰਦਾ ਨਾ, ਮੇਰਾ ਆਹ ਵੀ ਸ਼ੌਕ ਹੈ ਪੂਰਾ ਹੋ ਜਾਵੇ, ਮੇਰਾ ਉਹ ਵੀ ਸ਼ੌਕ ਹੈ ਪੂਰਾ ਹੋ ਜਾਵੇ। ਔਰ ਇਨਸਾਨ ਉਹ ਸ਼ੌਕ ਪੂਰੇ ਕਰਨ ਵਿੱਚ ਹੀ ਲੱਗ ਜਾਂਦਾ ਹੈ। ਤਾਂ ਜਿਸ ਮਕਸਦ ਵਾਸਤੇ ਉਹ ਦੁਨੀਆ ਤੇ ਆਇਆ ਹੈ, ਉਹ ਪਾਣੀ ਨੂੰ ਇਕੱਠਾ ਕਰਨ, ਪਾਣੀ ਆਪਣੇ ਜੀਵਨ ਰੂਪੀ ਘੜੇ 'ਚ ਭਰਨ, ਬਾਰਿਸ ਸ਼ਾਹ ਕਹਿੰਦੇ ਇਨਸਾਨ ਉਸ ਚੀਜ਼ ਨੂੰ ਭੁੱਲ ਜਾਂਦਾ ਹੈ। ਹੁਣ ਜ਼ਰਾ ਸੋਚੋ, ਜੇ ਤੁਹਾਡੀ ਰੂਹ ਇਸ ਸੰਸਾਰ ਤੇ ਆਈ ਹੈ ਤਾਂ ਪ੍ਰਮਾਤਮਾ ਨੇ, ਉਸ ਪ੍ਰਭੂ ਨੇ ਅਗਰ ਦੁਨੀਆ ਤੇ ਸਾਨੂੰ ਭੇਜਿਆ ਹੈ, ਤਾਂ ਗੁਰੂ ਕੀ ਕਹਿੰਦੇ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹਰੀਆ, ਕਿ ਉਸ ਰੂਹ ਨੂੰ ਅਗਰ ਇਹ ਦੇਹੀ ਮਿਲੀ ਹੈ ਤਾਂ ਕਿਸ ਵਾਸਤੇ ਮਿਲੀ ਹੈ? ਫਿਰ ਨਾਲ ਹੀ ਕੀ ਜਵਾਬ ਦਿੰਦੇ ਹੈ ਕਿ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਕਿ ਇਹ ਪ੍ਰਮਾਤਮਾ ਨੇ ਤੈਨੂੰ ਸਰੀਰ ਦਿੱਤਾ, ਮਨੁੱਖਾ ਜਾਮਾ ਦਿੱਤਾ, ਤਾਂ ਕਿ ਤੂੰ ਉਸ ਗੋਬਿੰਦ ਨੂੰ, ਉਸ ਪ੍ਰਮਾਤਮਾ ਨੂੰ, ਉਸ ਪ੍ਰਭੂ ਨੂੰ ਹਾਸਿਲ ਕਰ ਸਕੇ, ਤੂੰ ਉਸ ਆਨੰਦ ਦੇ ਨਾਲ ਭਰਪੂਰ ਹੋ ਸਕੇ, ਇਹ ਜੀਵਨ ਦਾ ਆਨੰਦ ਲੈ ਸਕੇ। ਇਸੇ ਤਰ੍ਹਾਂ ਜਿੱਦਾਂ ਮਾਤਾ ਪਿਤਾ ਇੱਕ ਬੱਚੇ ਨੂੰ ਖਿਡੌਣਾ ਦਿੰਦੇ ਆ ਨਾ, ਕਿ ਬੱਚਾ ਖੁਸ਼ ਹੋਏਗਾ, ਖੇਲੇਗਾ, ਆਨੰਦ ਲਏਗਾ, ਪਰ ਬੱਚਾ ਉਹ ਖਿਡੌਣੇ ਨੂੰ ਪਕੜ ਕੇ ਆਨੰਦ ਲੈਣ ਦੀ ਬਜਾਏ ਉਹ ਖਿਡੌਣਾ ਛੱਡ ਕੇ ਰੋਣਾ ਸ਼ੁਰੂ ਕਰ ਦੇਵੇ, ਚਿੰਤਾ ਕਰਨੀ ਸ਼ੁਰੂ ਕਰ ਦੇਵੇ, ਟੈਨਸ਼ਨ ਲੈਣੀ ਸ਼ੁਰੂ ਕਰ ਦੇਵੇ, ਤਾਂ ਮਾਤਾ ਪਿਤਾ ਨੇ ਕਹਿਣਾ ਕਿੱਦਾਂ ਦਾ ਬੱਚਾ ਹੈ, ਭੇਜਿਆ ਤਾਂ ਸੀ, ਇਹ ਖਿਡੌਣਾ ਇਹਨੂੰ ਦਿੱਤਾ ਸੀ ਆਨੰਦ ਲੈਣ ਵਾਸਤੇ, ਤਾਂ ਕਿ ਖੁਸ਼ ਹੋਵੇ, ਹੱਸੇ ਮੁਸਕਰਾਵੇ, ਪਰ ਇਹਨੂੰ ਛੱਡ ਕੇ ਕਿੱਧਰ ਲੱਗ ਗਿਆ ਜਿੱਥੇ ਟੈਨਸ਼ਨਾਂ, ਚਿੰਤਾਵਾਂ, ਪਰੇਸ਼ਾਨੀਆਂ ਹੈ। ਇਸੇ ਤਰ੍ਹਾਂ ਅਸੀਂ ਤੁਹਾਨੂੰ ਵੀ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਜੇ ਪ੍ਰਭੂ ਨੇ ਤੁਹਾਨੂੰ ਜੀਵਨ ਦਿੱਤਾ ਹੈ ਨਾ, ਜਨਮ ਦਿੱਤਾ ਹੈ, ਤਾਂ ਇਹ ਜੀਵਨ ਦੇ ਅੰਦਰ ਬੜਾ ਆਨੰਦ ਹੈ, ਇਹ ਜੀਵਨ ਦੇ ਅੰਦਰ ਬੜੀ ਖੁਸ਼ੀ ਹੈ, ਇਹ ਜੀਵਨ ਦੇ ਅੰਦਰ ਬੜੀ ਮੁਸਕਰਾਹਟ ਹੈ। ਜ਼ਰਾ ਸਮਝਣਾ ਸਾਰਿਆਂ ਨੇ। ਪਰ ਇੱਕ ਗੱਲ ਦਾ ਜਵਾਬ ਦਿਓ ਸਾਨੂੰ ਕਿ ਤੁਹਾਡੇ ਜੀਵਨ 'ਚ ਉਹ ਖੁਸ਼ੀ ਹੈ, ਤੁਹਾਡੇ ਜੀਵਨ 'ਚ ਉਹ ਆਨੰਦ ਹੈ,
ਤੁਹਾਡੇ ਜੀਵਨ 'ਚੋਂ ਮੁਸਕਰਾਹਟ ਹੈ? ਜਦ ਵੀ ਅਸੀਂ ਜੀਵਨ ਨੂੰ ਦੇਖਦੇ ਹਾਂ ਨਾ, ਖਾਸ ਕਰਕੇ ਆਪਣੀ ਗੱਲ ਨਹੀਂ ਕਰ ਰਹੇ, ਤੁਹਾਡੀ ਗੱਲ ਕਰ ਰਹੇ ਹਾਂ, ਕਿ ਜਦ ਵੀ ਅਸੀਂ ਜੀਵਨ ਨੂੰ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਜੀਵਨ 'ਚ ਇੰਨਾ ਆਨੰਦ ਹੋਣ ਦੀ ਬਜਾਏ, ਇੰਨੀਆਂ ਖੁਸ਼ੀਆਂ ਹੋਣ ਦੀ ਬਜਾਏ, ਇੰਨੀ ਮੁਸਕਰਾਹਟ ਹੋਣ ਦੀ ਬਜਾਏ, ਫਿਰ ਵੀ ਇਨਸਾਨ ਦੁਖੀ ਕਿਉਂ ਹੈ? ਫਿਰ ਵੀ ਇਨਸਾਨ ਇੰਨਾ ਚਿੰਤਿਤ ਕਿਉਂ ਹੈ, ਪਰੇਸ਼ਾਨ ਕਿਉਂ ਹੈ? ਤਾਂ ਉਹਦਾ ਕਾਰਨ ਫਿਰ ਇੱਕੋ ਹੀ ਸਮਝ ਆਉਂਦਾ ਹੈ ਕਿ ਇਨਸਾਨ ਹਾਲੇ ਤੱਕ ਆਪਣੇ ਜੀਵਨ ਦੇ ਅੰਦਰਲੇ ਉਸ ਆਨੰਦ ਨੂੰ, ਉਹ ਖੁਸ਼ੀ ਨੂੰ, ਉਸ ਮੁਸਕਰਾਹਟ ਨੂੰ ਜਾਣ ਹੀ ਨਹੀਂ ਪਾਇਆ। ਸਮਝਦੇ ਹੋ ਕਿ ਨਹੀਂ? ਹਾਲੇ ਤੱਕ ਇਨਸਾਨ ਸਮਝ ਹੀ ਨਹੀਂ ਪਾਇਆ ਕਿ ਪ੍ਰਮਾਤਮਾ ਨੇ ਉਹ ਆਨੰਦ, ਉਹ ਸ਼ਾਂਤੀ, ਉਹ ਸਕੂਨ ਮੇਰੇ ਅੰਦਰ ਕਿੱਥੇ ਰੱਖਿਆ ਹੋਇਆ ਹੈ। ਔਰ ਇਨਸਾਨ ਉਸ ਆਨੰਦ ਦੀ, ਉਸ ਸ਼ਾਂਤੀ ਦੀ, ਉਸ ਖੁਸ਼ੀ ਦੀ ਤਲਾਸ਼ ਹਮੇਸ਼ਾ ਕਿੱਥੇ ਕਰਦਾ ਹੈ? ਬਾਹਰ। ਔਰ ਇਹੀ ਇਨਸਾਨ ਦੇ ਦੁੱਖਾਂ ਦਾ ਕਾਰਨ ਹੈ ਕਿ ਬਸ ਤੂੰ ਕਹੀਂ ਢੂੰਡੇ ਕਹੀਂ ਕਿਸ ਵਿਧੀ ਆਵੇ ਹਾਥ, ਕਿ ਆਨੰਦ ਕਿਤੇ ਹੈ, ਸ਼ਾਂਤੀ ਕਿਤੇ ਹੈ, ਖੁਸ਼ੀ ਕਿਤੇ ਹੈ, ਔਰ ਤੂੰ ਲੱਭਦਾ ਕਿਤੇ ਹੋਰ ਪਿਆ। ਫਿਰ ਹੱਥ ਕਿੱਦਾਂ ਆਏਗੀ, ਮਿਲੇਗੀ ਕਿੱਦਾਂ ਤੈਨੂੰ? ਇਸ ਲਈ ਇੱਥੇ ਦੱਸਿਆ ਕਿ ਬਸ ਤੂੰ ਕਹੀਂ ਢੂੰਡੇ ਕਹੀਂ ਕਿਸ ਵਿਧੀ ਆਵੇ ਹਾਥ, ਕਹੇ ਕਬੀਰ ਤਬ ਪਾਈਏ ਜਬ ਭੇਦੀ ਲੀਜੇ ਸਾਥ। ਸੋ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਇਸ਼ਾਰਾ ਕੀਤਾ ਕਿ ਉਹ ਆਨੰਦ ਕਿਤੇ ਹੈ, ਤੂੰ ਲੱਭਦਾ ਕਿਤੇ ਹੋਰ। ਉਹ ਸ਼ਾਂਤੀ ਕਿਤੇ ਹੈ, ਤੂੰ ਲੱਭਦਾ ਕਿਤੇ ਹੋਰ ਹੈ। ਇਹ ਪਿਆਰਿਆ, ਜੇ ਆਨੰਦ ਚਾਹੀਦਾ ਹੈ, ਸ਼ਾਂਤੀ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ, ਤਾਂ ਫਿਰ ਉਹ ਭੇਦੀ, ਭੇਦੀ ਦਾ ਮਤਲਬ ਸਮਝਦੇ ਹੋ ਨਾ, ਕਿ ਉਹ ਜਾਣਕਾਰ ਨੂੰ ਨਾਲ ਲੈ ਲੈ, ਜਿਹਨੂੰ ਉਹ ਖੁਸ਼ੀ ਦਾ ਪਤਾ ਹੈ ਕਿ ਖੁਸ਼ੀ ਹੈ ਕਿੱਥੇ, ਉਹ ਆਨੰਦ ਹੈ ਕਿੱਥੇ। ਸਮਝ ਲਓ ਘਰ ਦੇ ਵਿੱਚ ਕਿਤੇ ਚੀਜ਼ ਰੱਖੀ ਹੋਈ ਹੈ, ਘਰ ਬਹੁਤ ਬੜਾ ਹੈ, ਹੁਣ ਜੇ ਤੁਹਾਨੂੰ ਪਤਾ ਨਹੀਂ ਹੈ ਚੀਜ਼ ਕਿੱਥੇ ਹੈ, ਤਾਂ ਸ਼ਾਇਦ ਲੱਭਦਿਆਂ ਲੱਭਦਿਆਂ 2 ਦਿਨ ਲੱਗ ਜਾਣ ਤੁਹਾਨੂੰ, ਘਰ ਬੜਾ ਹੈ। ਤਾਂ ਜੇ ਤੁਸੀਂ ਉਸ ਇਨਸਾਨ ਨੂੰ ਨਾਲ ਲੈ ਲਓ ਜਿਹਨੂੰ ਪਤਾ ਹੈ ਕਿ ਚੀਜ਼ ਕਿੱਥੇ ਹੈ, ਤਾਂ ਉਹਨਾਂ ਸਿੱਧਾ ਤੁਹਾਨੂੰ ਉੱਥੇ ਉਸੇ ਕਮਰੇ 'ਚ ਲੈ ਜਾਣਾ ਕਿ ਭਾਈ ਇੱਥੇ ਪਈ ਹੈ, ਚੱਕ ਲੈ। ਟਾਈਮ ਦੀ ਬੱਚਤ ਹੋ ਜਾਂਦੀ ਹੈ ਔਰ ਚੀਜ਼ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਉਦਾਹਰਨ ਲਓ, ਤੁਸੀਂ ਕਿਸੇ ਦੇ ਘਰ ਮਹਿਮਾਨ ਹੋ, ਸਮਝਦੇ ਹੋ ਕਿ ਨਹੀਂ? ਚਾਹੇ ਉਹ ਘਰ ਦੇ ਵਿੱਚ 4 ਕਮਰੇ ਹੈ, ਹੁਣ ਉੱਥੇ ਜਾ ਕੇ ਤੁਹਾਨੂੰ ਕਿਹਾ ਜਾਵੇ ਭਾਈ ਸੂਈ ਲੱਭ ਦੇ, ਸੂਈ ਲੱਭ ਦੇ ਇਹਨਾਂ 4 ਕਮਰਿਆਂ ਚੋਂ, ਤਾਂ ਜ਼ਰਾ ਆਪ ਸੋਚ ਕੇ ਦੱਸੋ ਕਿ ਤੁਹਾਨੂੰ ਹੁਣ ਪਤਾ ਨਹੀਂ ਹੈ ਕਿ ਘਰ 'ਚ ਕਿਹੜੀ ਚੀਜ਼ ਕਿੱਥੇ ਪਈ ਹੋਈ ਹੈ, ਤੇ ਕਿ ਸੂਈ ਲੱਭਣ ਵਾਸਤੇ ਸ਼ਾਇਦ ਤੁਹਾਨੂੰ 2 3 4 5 ਘੰਟੇ 8 10 ਘੰਟੇ ਮਿਹਨਤ ਕਰਨੀ ਪਵੇ। ਤਾਂ ਜੇ ਘਰ ਵਾਲੇ ਨੂੰ ਕਵਾਂਗੇ ਭਾਈ ਸੂਈ ਲੱਭ ਦੇ, ਉਹਨਾਂ ਸਿੱਧਾ ਜਾਣਾ ਦਰਾਜ ਖੋਲਣਾ ਜਾਂ ਅਲਮਾਰੀ ਖੋਲਣੀ, ਆ ਲੈ ਭਾਈ ਸੂਈ, ਕਿਉਂਕਿ ਉਹ ਵਾਕਿਫਕਾਰ ਹੈ, ਉਹਨੂੰ ਪਤਾ ਹੈ ਚੀਜ਼ ਕਿੱਥੇ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਮੁਰਸ਼ਿਦ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ? ਕਿਉਂਕਿ ਉਹ ਭੇਦੀ ਹੈ, ਉਹ ਵਾਕਿਫਕਾਰ ਹੈ ਕਿ ਆਨੰਦ ਕਿੱਥੇ ਹੈ, ਸ਼ਾਂਤੀ ਕਿੱਥੇ ਹੈ, ਸਕੂਨ ਕਿੱਥੇ ਹੈ। ਜਦੋਂ ਉਸ ਦੇ ਨਾਲ ਅਸੀਂ ਜੁੜ ਜਾਂਦੇ ਹਾਂ ਤਾਂ ਫਿਰ ਉਹ ਉੱਥੇ ਮਿਹਨਤ ਕਰਵਾਉਂਦਾ ਹੈ ਸਾਡੇ ਤੋਂ, ਜਿੱਥੇ ਉਹਨਾਂ ਨੂੰ ਪਤਾ ਕਿ ਇੱਥੇ ਮਿਹਨਤ ਕਰਨਾ ਜੀਵਨ 'ਚ ਆਨੰਦ ਆਉਣਾ ਹੈ, ਇੱਥੇ ਮਿਹਨਤ ਕਰਨਾ ਜੀਵਨ 'ਚ ਸ਼ਾਂਤੀ ਆਉਣੀ ਹੈ, ਸਕੂਨ ਆਉਣਾ ਹੈ, ਖੁਸ਼ੀਆਂ ਆਉਣੀਆਂ ਹੈ। ਫਿਰ ਉੱਧਰ ਨੂੰ ਲੈ ਕੇ ਇਨਸਾਨ ਨੂੰ ਤੁਰਦਾ ਹੈ। ਸਮਝਦੇ ਹੋ ਕਿ ਨਹੀਂ? ਕਹਿੰਦੇ ਇਹ ਗੱਲ ਬੜੀ ਸਮਝਣ ਵਾਲੀ ਹੈ। ਵਿਵੇਕਾਨੰਦ ਜੀ ਬੈਠੇ ਹੋਏ ਸੀ, ਕਿਸੇ ਨੇ ਵਿਵੇਕਾਨੰਦ ਜੀ ਨੂੰ ਸਵਾਲ ਕੀਤਾ ਕਿ ਮਹਾਰਾਜ ਤੁਸੀਂ ਰੋਜ਼ ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਦੀ ਸੰਗਤ ਵਿੱਚ ਜਾਂਦੇ ਹੋ ਜਾਂ ਤੁਸੀਂ ਧਿਆਨ ਕਰਦੇ ਹੋ, ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਉਹਨਾਂ ਦੀ ਸੰਗਤ 'ਚ ਮਿਲਿਆ ਕੀ? ਯਾਨੀ ਉਹਨਾਂ ਦੇ ਸਤਸੰਗ 'ਚੋਂ ਮਿਲਿਆ ਕੀ? ਜਾਂ ਤੁਸੀਂ ਧਿਆਨ ਕਰਦੇ ਹੋ, ਧਿਆਨ 'ਚੋਂ ਕੀ ਮਿਲਦਾ ਹੈ? ਤਾਂ ਵਿਵੇਕਾਨੰਦ ਨੇ ਬੜਾ ਪਿਆਰਾ ਜਵਾਬ ਦਿੱਤਾ। ਜ਼ਰਾ ਹੁਣ ਇਹ ਗੱਲ ਸਮਝਣੀ ਤੁਸੀਂ। ਵਿਵੇਕਾਨੰਦ ਕਹਿੰਦੇ, ਪਿਆਰਿਆ ਤੂੰ ਪੁੱਛ ਰਿਹਾ ਹੈ ਕਿ ਗੁਰੂ ਦੀ ਸੰਗਤ 'ਚ ਬਹਿ ਕੇ ਕੀ ਮਿਲਿਆ ਜਾਂ ਧਿਆਨ ਕਰਕੇ ਮੈਨੂੰ ਕੀ ਮਿਲਦਾ ਹੈ, ਤਾਂ ਮੈਂ ਇੰਨੀ ਗੱਲ ਤੈਨੂੰ ਕਹਿਣਾ ਚਾਹਾਂਗਾ ਕਿ ਮਿਲਿਆ ਕੀ ਹੈ ਉਹ ਤਾਂ ਮੈਨੂੰ ਪਤਾ ਨਹੀਂ, ਪਰ ਮੇਰਾ ਗਿਆ ਕੀ ਹੈ ਉਹ ਮੈਂ ਤੈਨੂੰ ਜ਼ਰੂਰ ਦੱਸ ਸਕਦਾ ਹਾਂ ਕਿ ਮੇਰੇ ਅੰਦਰੋਂ ਨਫ਼ਰਤ ਚਲੀ ਗਈ, ਮੇਰੇ ਅੰਦਰੋਂ ਕ੍ਰੋਧ ਚਲਾ ਗਿਆ, ਮੇਰੇ ਅੰਦਰੋਂ ਬੁਰਾਈ ਚਲੀ ਗਈ, ਮੇਰੇ ਅੰਦਰੋਂ ਨਿੰਦਿਆ ਚੁਗਲੀ ਦੀ ਭਾਵਨਾ ਚਲੀ ਗਈ, ਮੇਰੇ ਅੰਦਰੋਂ ਝੂਠ ਚਲਾ ਗਿਆ ਔਰ ਮੇਰੇ ਅੰਦਰੋਂ ਚਿੰਤਾਵਾਂ ਚਲੀਆਂ ਗਈਆਂ, ਮੇਰੇ ਅੰਦਰੋਂ ਮੌਤ ਦਾ ਡਰ ਚਲਾ ਗਿਆ ਗੁਰੂ ਦੀ ਸੋਬਤ ਵਿੱਚ ਬੈਠਣ ਦੇ ਨਾਲ। ਜ਼ਰਾ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਿਵੇਕਾਨੰਦ ਜੀ ਨੇ ਗਿਣਾਈਆਂ ਨੇ, ਇਹੀ ਤਾਂ ਬੰਦੇ ਨੂੰ ਪਰੇਸ਼ਾਨ ਕਰ ਰਹੀਆਂ ਹੈ। ਚਿੰਤਾਵਾਂ, ਟੈਨਸ਼ਨਾਂ, ਕ੍ਰੋਧ, ਚਿੰਤਾ, ਪਰੇਸ਼ਾਨੀ, ਮੌਤ ਦਾ ਡਰ, ਇਹੀ ਚੀਜ਼ਾਂ ਹੈ ਨਾ। ਹੁਣ ਜਦੋਂ ਇਹ ਚੀਜ਼ਾਂ ਚਲੀਆਂ ਜਾਣ ਤਾਂ ਬਾਕੀ ਕੀ ਬਚਦਾ ਹੈ? ਜਵਾਬ ਦਿਓ ਸਾਨੂੰ। ਜਿਹਦੇ ਅੰਦਰੋਂ ਚਿੰਤਾ ਚਲੀ ਗਈ, ਜਿਹਦੇ ਅੰਦਰੋਂ ਕ੍ਰੋਧ ਚਲਾ ਗਿਆ, ਜਿਹਦੇ ਅੰਦਰੋਂ ਮੌਤ ਦਾ ਡਰ ਚਲਾ ਗਿਆ, ਜਿਹਦੇ ਅੰਦਰੋਂ ਨਫ਼ਰਤ ਚਲੀ ਗਈ, ਜਿਹਦੇ ਅੰਦਰੋਂ ਹਰ ਪ੍ਰਕਾਰ ਦੀ ਬੁਰਾਈ ਚਲੀ ਗਈ, ਬਚਿਆ ਕੀ ਫਿਰ
ਫਿਰ ਉੱਥੇ ਬਚਿਆ ਆਨੰਦ ਹੀ ਆਨੰਦ, ਸ਼ਾਂਤੀ ਸ਼ਾਂਤੀ, ਖੁਸ਼ੀ ਖੁਸ਼ੀ, ਪ੍ਰਮਾਤਮਾ ਹੀ ਪ੍ਰਮਾਤਮਾ। ਕਿਉਂਕਿ ਉਹ ਪ੍ਰਮਾਤਮਾ, ਉਹ ਆਨੰਦ ਤਾਂ ਸਾਡੇ ਅੰਦਰ ਹੈ, ਪਰ ਆ ਜਿਹੜੀਆਂ ਸਾਡੀਆਂ ਬੁਰਾਈਆਂ ਹੈ ਨਾ, ਇਹੀ ਉਸ ਨੂੰ ਬਾਹਰ ਨਹੀਂ ਆਉਣ ਦਿੰਦੀਆਂ। ਜਿੱਦਾਂ ਜਿੱਦਾਂ ਇਨਸਾਨ ਧਿਆਨ ਕਰਦਾ ਹੈ, ਸੰਤਾਂ ਦੀ ਸੰਗਤ ਵਿੱਚ ਜਾਂਦਾ ਹੈ, ਉਸ ਤਰ੍ਹਾਂ ਉਹਦੇ ਅੰਦਰੋਂ ਇਹ ਬੁਰਾਈਆਂ ਖਤਮ ਹੁੰਦੀਆਂ ਹਨ। ਇਸ ਲਈ ਜੇ ਸਤਸੰਗ ਵਿੱਚ ਆਉਣ ਨਾਲ, ਸਤਸੰਗ ਸੁਣਨ ਨਾਲ, ਸਿਮਰਨ ਕਰਨ ਦੇ ਨਾਲ ਤੁਹਾਨੂੰ ਲੱਗਦਾ ਹੈ ਮੇਰਾ ਕ੍ਰੋਧ ਅੱਗੇ ਨਾਲੋਂ ਘਟ ਗਿਆ ਹੈ, ਮੇਰੇ ਅੰਦਰੋਂ ਜਿਹੜੀਆਂ ਬੁਰਾਈਆਂ ਸੀ ਉਹ ਘਟ ਗਈਆਂ ਹੈ, ਤਾਂ ਫਿਰ ਸਮਝ ਲਓ ਤੁਸੀਂ ਸਹੀ ਮਾਰਗ ਤੇ ਜਾ ਰਹੇ ਹੋ। ਕਿਉਂਕਿ ਇਹ ਬੁਰਾਈਆਂ ਜਿੱਦਾਂ ਜਿੱਦਾਂ ਖਤਮ ਹੁੰਦੀਆਂ ਜਾਣਗੀਆਂ, ਕ੍ਰੋਧ ਖਤਮ ਹੁੰਦਾ ਜਾਏਗਾ, ਨਫ਼ਰਤ ਖਤਮ ਹੁੰਦੀ ਚਲੀ ਜਾਏਗੀ, ਚਿੰਤਾਵਾਂ ਖਤਮ ਹੁੰਦੀਆਂ ਜਾਣਗੀਆਂ, ਮ੍ਰਿਤਿੂ ਦਾ ਡਰ ਖਤਮ ਹੁੰਦਾ ਚਲਾ ਜਾਏਗਾ, ਤੁਸੀਂ ਪਾਓਗੇ ਉੱਦਾਂ ਉੱਦਾਂ ਤੁਹਾਡੇ ਜੀਵਨ 'ਚ ਇੱਕ ਸਕੂਨ, ਇੱਕ ਸ਼ਾਂਤੀ, ਇੱਕ ਖੁਸ਼ੀ, ਇੱਕ ਆਨੰਦ ਪ੍ਰਗਟ ਹੁੰਦਾ ਚਲਾ ਜਾਏਗਾ। ਸਮਝ ਰਹੇ ਹੋ ਕਿ ਨਹੀਂ? ਪਰ ਹਮੇਸ਼ਾ ਇਨਸਾਨ ਕਿਹੜੀ ਭਾਵਨਾ ਨਾਲ ਜਾਂਦਾ, ਮੈਨੂੰ ਸਤਸੰਗ 'ਚ ਮਿਲੇਗਾ ਕੀ, ਮੈਨੂੰ ਸਿਮਰਨ ਕਰਕੇ ਮਿਲੇਗਾ ਕੀ? ਉਹ ਭਾਈ ਮਿਲਣ ਦੀ ਗੱਲ ਬਾਅਦ ਚੋਂ ਕਰ, ਪਹਿਲਾਂ ਆਪਣੇ ਬਰਤਨ ਨੂੰ ਖਾਲੀ ਕਰ। ਜਿਹੜਾ ਤੇਰਾ ਬਰਤਨ ਬੁਰਾਈ ਨਾਲ, ਨਫ਼ਰਤ ਨਾਲ, ਕ੍ਰੋਧ ਨਾਲ, ਚਿੰਤਾਵਾਂ ਨਾਲ, ਡਰ ਨਾਲ ਭਰਿਆ ਹੋਇਆ ਹੈ, ਪਹਿਲਾਂ ਇਹਦਾ ਖਤਮ ਹੋਣਾ, ਖਾਲੀ ਹੋਣਾ ਜ਼ਰੂਰੀ ਹੈ। ਇਹ ਚੀਜ਼ਾਂ ਤੇਰੇ ਅੰਦਰੋਂ ਜਾਣਗੀਆਂ ਤਾਂ ਜਦੋਂ ਇਹ ਚਲਾ ਗਿਆ ਤਾਂ ਫਿਰ ਤਾਂ ਜੋ ਹੈ ਉਹ ਆਨੰਦ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਨਸਾਨ ਸਤਸੰਗ 'ਚ ਆਣਾ ਉਦੋਂ ਹੀ ਸਫਲ ਸਮਝੇ, ਉਦੋਂ ਹੀ ਇਨਸਾਨ ਸਿਮਰਨ ਕਰਨਾ ਸਫਲ ਸਮਝੇ। ਕਿਉਂਕਿ ਇਹ ਕੋਈ ਸਫਲਤਾ ਨਹੀਂ ਹੈ ਕਿ ਮੈਂ 5 ਘੰਟੇ ਬਹਿ ਲੈਂਦਾ ਜਾਂ ਮੈਂ ਰੋਜ਼ ਸਤਸੰਗ 'ਚ ਜਾਂਦਾ ਹਾਂ। ਸਫਲਤਾ ਕਾਹਦੇ 'ਚ ਹੈ ਕਿ ਹੁਣ ਮੇਰੇ ਅੰਦਰੋਂ ਕ੍ਰੋਧ ਸ਼ਾਂਤ ਹੋ ਰਿਹਾ ਹੈ, ਮੇਰੀ ਚਿੰਤਾ ਸ਼ਾਂਤ ਹੋ ਰਹੀ ਹੈ, ਮੇਰੇ ਅੰਦਰੋਂ ਡਰ ਖਤਮ ਹੋ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਅਗਰ ਇਹ ਚੀਜ਼ਾਂ ਦਾ ਅਹਿਸਾਸ ਸਾਨੂੰ ਹੁੰਦਾ ਹੈ ਤਾਂ ਸਮਝ ਲਓ ਅਸੀਂ ਸਹੀ ਮਾਰਗ ਤੇ ਜਾ ਰਹੇ ਹਾਂ। ਤਾਂ ਜੇ 5 ਘੰਟੇ ਸਿਮਰਨ ਤੇ ਬੈਠ ਕੇ ਵੀ ਉੱਠ ਕੇ ਬਾਅਦ ਚੋਂ ਫਿਰ ਘਰਦਿਆਂ ਨੂੰ ਗਾਲਾਂ ਹੀ ਕੱਢਣੀਆਂ ਹੈ, ਲੜਾਈ ਝਗੜਾ ਹੀ ਕਰਨਾ ਹੈ, ਬਰਤਨ ਹੀ ਤੋੜਨੇ ਆ, ਇਹ ਕਰਨਾ ਉਹ ਕਰਨਾ, ਤਾਂ ਫਿਰ ਇਹਦਾ ਮਤਲਬ ਹਾਲੇ ਇਹ ਸਰੀਰ ਹੀ ਬੈਠ ਰਿਹਾ, ਹਾਲੇ ਮਨ ਤੇ ਤਾਂ ਕੋਈ ਅਸਰ ਹੋ ਹੀ ਨਹੀਂ ਰਿਹਾ। ਸਮਝਣਾ ਜ਼ਰਾ ਸਾਰਿਆਂ ਨੇ। ਇਸ ਲਈ ਗੱਲ ਯਾਦ ਰੱਖਣਾ ਕਿ ਸਤਸੰਗ ਵਿੱਚ ਆਉਣ ਦੇ ਨਾਲ ਸਾਡੀਆਂ ਕਮੀਆਂ ਦੂਰ ਹੁੰਦੀਆਂ ਹੈ, ਸਾਡੀਆਂ ਬੁਰਾਈਆਂ ਦੂਰ ਹੁੰਦੀਆਂ ਹੈ, ਔਰ ਜਿੱਦਾਂ ਜਿੱਦਾਂ ਇਹ ਚੀਜ਼ਾਂ ਹਟਦੀਆਂ ਚਲੀਆਂ ਜਾਂਦੀਆਂ ਹੈ ਤਾਂ ਫਿਰ ਜੀਵਨ 'ਚ ਇੱਕ ਆਨੰਦ, ਇੱਕ ਸ਼ਾਂਤੀ, ਇੱਕ ਸਕੂਨ ਆਂਦਾ ਚਲਾ ਜਾਂਦਾ ਹੈ। ਇਸ ਲਈ ਸਾਈਂ ਬਾਰਿਸ਼ ਸ਼ਾਹ ਕਹਿ ਰਹੇ ਹੈ ਕਿ ਪਾਣੀ ਭਰਨ ਸਭ ਆਈਆਂ, ਦਿਲ ਵਿੱਚ ਸ਼ੌਕ ਬੜੇ, ਮਨ ਵਿੱਚ ਬੜੇ ਸ਼ੌਕ ਹੈ। ਸ਼ੌਕ ਹੈ ਕਿ ਨਹੀਂ? ਇਦਾਂ ਦਾ ਘਰ ਹੋਣਾ ਚਾਹੀਦਾ ਹੈ, ਇਦਾਂ ਦੀ ਆਹ ਚੀਜ਼ ਹੋਣੀ ਚਾਹੀਦੀ ਹੈ, ਇਦਾਂ ਦਾ ਆਹ ਕੱਪੜਾ ਹੋਣਾ ਚਾਹੀਦਾ ਹੈ, ਇਦਾਂ ਦੇ ਆਹ ਵਸਤਰ, ਯਾਨੀ ਕਿੰਨੇ ਸ਼ੌਕ ਹੈ ਬੰਦੇ ਦੇ ਅੰਦਰ। ਪਰ ਉਹ ਕਹਿੰਦੇ ਸ਼ੌਕਾਂ 'ਚ ਹੀ ਲੱਗ ਗਿਆ ਤਾਂ ਜਿਹੜਾ ਮਕਸਦ ਹੈ ਤੇਰਾ ਆਉਣ ਦਾ ਨਾ, ਉਹ ਮਕਸਦ ਤੂੰ ਭੁੱਲ ਗਿਆ, ਉਹ ਮਕਸਦ ਪੂਰਾ ਹੀ ਨਹੀਂ ਕੀਤਾ ਤੂੰ। ਕਿ ਮੈਂ ਇਸ ਸੰਸਾਰ ਰੂਪੀ ਪਨਘਟ ਤੇ, ਇਹ ਸੰਸਾਰ ਰੂਪੀ ਕੂਏ ਤੇ ਮੈਂ ਉਹ ਪਰਮਾਤਮਾ ਰੂਪੀ ਜਲ ਨਾਲ ਭਰਪੂਰ ਹੋਣ ਵਾਸਤੇ ਆਇਆ ਹਾਂ, ਜਿਹਨੂੰ ਪ੍ਰਾਪਤ ਕਰਕੇ ਮੇਰੀ ਜਨਮਾਂ ਜਨਮਾਂ ਦੀ ਰੂਹ ਦੀ ਪਿਆਸ ਖਤਮ ਹੋ ਜਾਣੀ ਹੈ। ਹੁਣ ਪਾਣੀ ਭਰਨਾ ਭੁੱਲ ਗਏ, ਯਾਨੀ ਪ੍ਰਮਾਤਮਾ ਦਾ ਸਿਮਰਨ ਕਰਨਾ ਭੁੱਲ ਗਏ, ਪ੍ਰਮਾਤਮਾ ਨਾਲ ਪ੍ਰੇਮ ਕਰਨਾ ਭੁੱਲ ਗਏ, ਉਹਨੂੰ ਯਾਦ ਕਰਨਾ ਭੁੱਲ ਗਏ, ਤਾਂ ਆਪਣੇ ਸ਼ੌਕਾਂ ਨੂੰ ਵੀ ਪੂਰਾ ਕਰਨ 'ਚ ਲੱਗ ਗਏ। ਲੱਗ ਗਏ ਕਿ ਨਹੀਂ? ਸ਼ੌਕ ਕਈ ਪ੍ਰਕਾਰ ਦੇ ਹੁੰਦੇ, ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਕ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਕ ਹੈ। ਮਨ ਵਿੱਚ ਸ਼ੌਕ ਬੜੇ, ਕਹਿੰਦੇ ਮਨ 'ਚ ਸ਼ੌਕ ਬਹੁਤ ਹੈ ਪਰ ਮਕਸਦ ਭੁੱਲ ਗਏ। ਹੁਣ ਅਗਲੀ ਲਾਈਨ 'ਚੋਂ ਕੀ ਕਹਿ ਰਹੇ ਹੈ? ਭਰਿਆ ਉਸ ਦਾ ਜਾਣੀਏ ਜਿਸ ਹੱਥ ਵਿੱਚ ਇਸ਼ਕ ਘੜੇ। ਕਹਿੰਦੇ ਭਰਪੂਰ ਹੋ ਕੇ ਤਾਂ ਉਹੀ ਜਾਂਦਾ ਹੈ ਇਸ ਸੰਸਾਰ ਤੋਂ, ਜਾਂ ਅਸੀਂ ਇਹ ਵੀ ਗੱਲ ਤੁਹਾਨੂੰ ਕਹਿ ਲਈਏ ਕਿ ਭਰਪੂਰ ਹੋ ਕੇ ਉਹੀ ਜਾਂਦਾ ਹੈ ਮਾਲਕ ਦੇ ਦਰ ਤੋਂ, ਜਿਹਦੇ ਵਿੱਚ ਕੀ ਹੈ, ਜਿਹਦੇ ਹੱਥ ਵਿੱਚ ਕੀ ਹੈ? ਜਿਸ ਹੱਥ ਵਿੱਚ ਇਸ਼ਕ ਘੜੇ। ਇਸ਼ਕ ਦਾ ਘੜਾ, ਘੜਾ ਸਮਝਦੇ ਹੋ ਨਾ ਤੁਸੀਂ, ਕੁੰਭ ਵੀ ਕਹਿੰਦੇ ਉਸ ਨੂੰ, ਕਿ ਸਾਡੇ ਹੱਥ ਵਿੱਚ ਇਸ਼ਕ ਦਾ ਘੜਾ ਹੋਣਾ ਜ਼ਰੂਰੀ ਹੈ। ਯਾਨੀ ਕਹਿਣ ਦਾ ਮਤਲਬ ਕਿ ਇਹ ਇਸ਼ਾਰਾ ਹਿਰਦੇ ਦੀ ਤਰਫ ਹੈ ਕਿ ਤੇਰੇ ਹਿਰਦੇ ਦੇ ਵਿੱਚ ਆਪਣੇ ਮਾਲਿਕ ਦਾ ਪ੍ਰੇਮ ਹੋਣਾ ਜ਼ਰੂਰੀ ਹੈ। ਜੇ ਮਾਲਿਕ ਦਾ ਪ੍ਰੇਮ ਤੇਰੇ ਹਿਰਦੇ 'ਚ ਹੋਏਗਾ ਤਾਂ ਫੇਰ ਹੀ ਤੂੰ ਭਰਪੂਰ ਹੋ ਕੇ ਜਾਏਗਾ। ਕਿਉਂਕਿ ਇਸ਼ਕ ਯਾਨੀ ਪ੍ਰੇਮ, ਹੁਣ ਜ਼ਰਾ ਸਮਝ ਲੈਣਾ ਸਾਰਿਆਂ ਨੇ, ਉਹਨਾਂ ਨੇ ਇਸ਼ਕ ਦੀ ਗੱਲ ਕੀਤੀ ਨਾ ਕਿ ਉਹੀ ਭਰ ਕੇ ਜਾਂਦਾ ਹੈ ਜਿਸ ਹੱਥ ਵਿੱਚ ਇਸ਼ਕ ਘੜੇ। ਔਰ ਇਹੀ ਗੁਰੂਆਂ ਨੇ ਵੀ ਗੱਲ ਕੀਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਵੀ ਭਰਪੂਰਤਾ ਦੀ ਗੱਲ ਕਰ ਰਹੇ ਹੈ ਕਿ ਉਹੀ ਰੂਹ ਪਰਮਾਤਮਾ ਨਾਲ ਭਰਪੂਰ ਹੋ ਕੇ ਜਾਂਦੀ ਹੈ, ਉਹੀ ਰੂਹ ਆਪਣਾ ਜੀਵਨ ਸਫਲ ਬਣਾ ਕੇ ਜਾਂਦੀ ਹੈ ਜਿਹਦੇ ਅੰਦਰ ਇਸ਼ਕ ਦਾ ਉਹ ਬਰਤਨ ਹੋਵੇ, ਯਾਨੀ ਇਸ਼ਕ ਹੋਵੇ। ਕਿਉਂਕਿ ਇਸ਼ਕ ਦਾ ਬਰਤਨ ਜ਼ਰੂਰੀ ਹੈ ਜੇ ਪਰਮਾਤਮਾ ਨੂੰ ਸੰਭਾਲਣਾ ਹੈ ਤਾਂ। ਬਿਨਾਂ ਪ੍ਰੇਮ ਤੋਂ ਪਰਮਾਤਮਾ ਕਦੀ
ਸੰਭਲਦਾ ਨਹੀਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਬਿਨਾਂ ਪ੍ਰੇਮ ਤੋਂ ਪ੍ਰਮਾਤਮਾ ਕਦੀ ਸੰਭਲਦਾ ਨਹੀਂ ਹੈ। ਕਹਿੰਦੇ ਸ਼੍ਰੀ ਕ੍ਰਿਸ਼ਨ ਛੋਟੇ ਹੁੰਦੇ ਸੀ, ਉਹਨਾਂ ਦੇ ਜੀਵਨ ਦੀ ਬੜੀ ਪਿਆਰੀ ਕਹਾਣੀ ਹੈ ਕਿ ਇੱਕ ਜਗ੍ਹਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਮੱਖਣ ਚੋਰੀ ਕਰਨ ਦਾ, ਆਪਣੇ ਸਾਥੀਆਂ ਨਾਲ ਜਾਂਦੇ ਸੀ, ਘਰਾਂ 'ਚੋਂ ਮੱਖਣ ਚੋਰੀ ਕਰਦੇ ਸੀ। ਕਹਿੰਦੇ ਇੱਕ ਦਿਨ ਆਪਣੇ ਸਾਥੀਆਂ ਦੇ ਨਾਲ ਗਏ, ਇੱਕ ਘਰ 'ਚੋਂ ਮੱਖਣ ਚੋਰੀ ਕੀਤਾ, ਪਰ ਮੱਖਣ ਚੋਰੀ ਕਰਦੇ ਪਕੜੇ ਗਏ। ਜਦੋਂ ਪਕੜੇ ਗਏ ਤਾਂ ਉਸ ਘਰ ਦੀ ਜੋ ਮਾਲਕਿਨ ਸੀ, ਉਹਨੇ ਸ਼੍ਰੀ ਕ੍ਰਿਸ਼ਨ ਨੂੰ ਇੱਕ ਰੱਸੀ ਨਾਲ ਬੰਨ੍ਹ ਦਿੱਤਾ, ਮਜ਼ਬੂਤ ਰੱਸੀ ਲਈ ਬੰਨ੍ਹ ਦਿੱਤਾ ਕਿ ਮੈਂ ਹੁਣ ਇਹਨਾਂ ਦੀ ਮਾਤਾ ਦੇ ਕੋਲ ਜਾਊਂਗੀ, ਸ਼ਿਕਾਇਤ ਲਾਊਂਗੀ, ਮਾਤਾ ਯਸ਼ੋਦਾ ਦੇ ਕੋਲ, ਕਿ ਦੇਖੋ ਤੁਹਾਡਾ ਕ੍ਰਿਸ਼ਨ ਆ ਮੇਰੇ ਘਰ 'ਚ ਚੋਰੀ ਕਰਦਾ ਫੜਿਆ ਗਿਆ ਹੈ, ਔਰ ਜਦੋਂ ਸਬੂਤ ਸਾਹਮਣੇ ਹੋਵੇ ਤਾਂ ਫਿਰ ਮਾਂ ਨੂੰ ਵੀ ਯਕੀਨ ਹੋ ਜਾਏਗਾ। ਨਹੀਂ ਤਾਂ ਕਈ ਵਾਰ ਕ੍ਰਿਸ਼ਨ ਦੀ ਸ਼ਿਕਾਇਤ ਕੀਤੀ ਤਾਂ ਕ੍ਰਿਸ਼ਨ ਕੰਨਾਂ ਨੂੰ ਫੜ ਕੇ ਕਹਿੰਦੇ ਮਈਆ ਮੋਰੀ ਮੈਂ ਕਸਮ ਖਾਂਦਾ ਮੈਂ ਨਹੀਂ ਮਾਖਣ ਖਾਇਓ। ਇਹ ਤੇ ਸ਼ਬਦ ਵੀ ਕਈ ਬਣੇ ਹੋਏ ਆ ਕਿ ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ। ਉਹ ਕਹਿੰਦੇ ਕਸਮ ਵੀ ਖਾ ਲੈਂਦੇ ਸੀ, ਮੈਂ ਨਹੀਂ ਮੱਖਣ ਖਾਦਾ, ਪਰ ਫਿਰ ਵੀ ਖਾਂਦੇ ਸੀ। ਸਮਝਦੇ ਹੋ ਕਿ ਨਹੀਂ? ਹੁਣ ਸਬੂਤ ਦੇ ਤੌਰ ਤੇ ਇੱਕ ਮੋਟੀ ਰੱਸੀ ਨਾਲ ਕ੍ਰਿਸ਼ਨ ਨੂੰ ਬੰਨ੍ਹ ਦਿੱਤਾ ਉੱਥੇ, ਔਰ ਯਸ਼ੋਦਾ ਮਾਤਾ ਨੂੰ ਲੈਣ ਚਲੇ ਗਏ, ਯਾਨੀ ਕ੍ਰਿਸ਼ਨ ਦੀ ਮਾਤਾ ਨੂੰ, ਕਿ ਅੱਜ ਤਾਂ ਰੰਗੇ ਹੱਥੀ ਸਾਹਮਣੇ ਦਊਂਗੀ ਕਿ ਦੇਖੋ ਆ ਫੜਿਆ ਗਿਆ ਤੇ ਇੱਥੇ ਬੰਨਿਆ ਹੈ ਇਸ ਨੂੰ। ਕਹਿੰਦੇ ਜਦੋਂ ਯਸ਼ੋਦਾ ਨੂੰ ਲੈ ਕੇ ਉਹ ਆਈ, ਆ ਕੇ ਦੇਖਿਆ ਤਾਂ ਰੱਸੀ ਤਾਂ ਪਈ ਹੈ ਪਰ ਕ੍ਰਿਸ਼ਨ ਉੱਥੇ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਰੱਸੀ ਤਾਂ ਪਈ ਹੈ ਪਰ ਕ੍ਰਿਸ਼ਨ ਉੱਥੇ ਨਹੀਂ ਹੈ। ਬੜੀ ਹੈਰਾਨ ਹੋ ਗਈ ਕਿ ਇੱਥੇ ਤਾਂ ਕੋਈ ਹੋਰ ਹੈ ਵੀ ਨਹੀਂ ਜਿਹੜਾ ਉਹਨਾਂ ਨੂੰ ਖੋਲ ਸਕੇ, ਜਿਹੜਾ ਰੱਸੀ ਨੂੰ ਖੋਲ ਸਕੇ। ਗੰਢ ਉੱਦਾਂ ਹੀ ਹੈ, ਗੰਢ ਵੀ ਨਹੀਂ ਖੁੱਲੀ ਹੋਈ, ਪਰ ਕ੍ਰਿਸ਼ਨ ਉੱਥੇ ਹੈ ਨਹੀਂ। ਰੱਸੀ ਪਈ ਹੋਈ ਹੈ, ਗੰਢ ਵੀ ਉੱਦਾਂ ਲੱਗੀ ਹੋਈ ਹੈ, ਗੱਠ ਵੀ ਉੱਦਾਂ ਹੀ ਪਈ ਹੋਈ ਹੈ। ਬੜੀ ਪਰੇਸ਼ਾਨ ਹੋਈ ਤਾਂ ਜਦ ਨੂੰ ਸ਼੍ਰੀ ਕ੍ਰਿਸ਼ਨ ਬਾਹਰੋਂ ਬੱਚਿਆਂ ਨਾਲ ਖੇਡਦੇ ਖੇਡਦੇ ਆ ਗਏ। ਕਹਿੰਦੇ ਮਾਂ ਕੀ ਕਹਿ ਕੇ ਆਈ ਇਹ? ਮੈਂ ਮੱਖਣ ਖਾਂਦਾ ਸੀ, ਬੰਨਿਆ ਸੀ ਨਾ, ਮੈਨੂੰ ਦੇਖਿਆ ਕਿੰਨਾ ਝੂਠ ਬੋਲਦੀ ਹੈ, ਜੇ ਬੰਨਿਆ ਹੁੰਦਾ ਮੈਂ ਇੱਥੇ ਹੋਣਾ ਸੀ। ਐਵੇਂ ਮੇਰੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਇਹ। ਤਾਂ ਹੁਣ ਮਾਂ ਨੂੰ ਵੀ ਹੋਇਆ, ਮਾਂ ਨੇ ਵੀ ਡਾਂਟਿਆ ਉਹਨੂੰ ਕਿ ਕਿਉਂ ਮੇਰੇ ਨੰਨੇ ਮੁੰਨੇ ਭੋਲੇ ਜਿਹੇ ਬਾਲਕ ਨੂੰ ਤੁਸੀਂ ਪਰੇਸ਼ਾਨ ਕਰਦੀਆਂ ਰਹਿੰਦੀਆਂ ਹੈ, ਜੇ ਫੜਿਆ ਸੀ ਤਾਂ ਕਿੱਥੇ ਹੈ? ਇੱਥੇ ਰੱਸੀ ਪਈ ਹੋਈ ਹੈ। ਹੁਣ ਮਾਂ ਤਾਂ ਕਹਿ ਕੇ ਕ੍ਰਿਸ਼ਨ ਦੀ ਉਂਗਲੀ ਫੜ ਕੇ ਤੁਰ ਪਈ। ਤਾਂ ਇਹ ਔਰਤ ਹੈਰਾਨ ਹੈ ਕਿ ਇਹ ਕਿੱਦਾਂ ਹੋ ਸਕਦਾ ਹੈ ਕਿ ਮੈਂ ਆਪਣੇ ਹੱਥੀਂ ਬੰਨਿਆ, ਇਹ ਰੱਸੀ ਖੁੱਲ ਕਿੱਦਾਂ ਗਈ? ਤਾਂ ਸ਼੍ਰੀ ਕ੍ਰਿਸ਼ਨ ਜਾਂਦੇ ਜਾਂਦੇ ਨਾਲੇ ਉਹਨੂੰ ਅੱਖ ਦਾ ਇਸ਼ਾਰਾ ਕਰਦੇ ਤੇ ਨਾਲੇ ਹੱਸਦੇ। ਹੁਣ ਜਦੋਂ ਮਾਂ ਘਰ ਗਈ, ਸ਼੍ਰੀ ਕ੍ਰਿਸ਼ਨ ਖੇਡ ਰਹੇ ਬੱਚਿਆਂ ਦੇ ਨਾਲ, ਤਾਂ ਇਹ ਔਰਤ ਦੁਬਾਰਾ ਗਈ, ਕਹਿੰਦੀ ਕਨ੍ਹਈਆ ਇੱਕ ਗੱਲ ਦੱਸ, ਤੈਨੂੰ ਖੋਲਿਆ ਕਿ ਨਾ? ਤਾਂ ਕਹਿੰਦੇ ਕ੍ਰਿਸ਼ਨ ਨੇ ਮੁਸਕਰਾ ਕੇ ਗਿਆ ਕਿ ਖੋਲਿਆ ਤਾਂ ਉਹਨੂੰ ਜਾਂਦਾ ਜਿਹੜਾ ਕਿਸੇ ਬੰਧਨ ਅੰਦਰ ਹੋਵੇ, ਔਰ ਮੈਨੂੰ ਕੋਈ ਬੰਨ ਸਕੇ ਐਸਾ ਕੋਈ ਬੰਧਨ ਹੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਤਾਂ ਹੀ ਇੱਥੇ ਦੱਸਣਾ ਚਾਹਾਂਗੇ, ਜਿੱਦਾਂ ਇੱਕ ਬੜਾ ਪਿਆਰਾ ਸ਼ਬਦ ਹੈ ਨਾ ਕਿ ਰੱਬ ਦਾ ਬੰਨਿਆ ਸੰਗਲਾਂ ਨਾਲ ਫੱਕਰ ਆਣ ਛੁਡਾਵੇ। ਰੱਬ ਦਾ ਬੰਨਿਆ ਸੰਗਲਾਂ ਨਾਲ ਫੱਕਰ ਆਣ ਛੁਡਾਵੇ, ਫੱਕਰਾਂ ਦਾ ਬੰਨਿਆ ਧਾਗੇ ਨਾਲ ਰੱਬ ਵੀ ਖੋਲ ਨਾ ਪਾਵੇ। ਕਹਿੰਦੇ ਰੱਬ ਸੰਗਲਾਂ ਨਾਲ ਵੀ ਬੰਨ੍ਹ ਦੇਵੇ, ਫੱਕਰ ਤਾਂ ਵੀ ਛੁਡਾ ਲੈਂਦੇ ਐ। ਤਾਂ ਜੇ ਫਕੀਰ ਧਾਗੇ ਨਾਲ ਬੰਨ੍ਹਣ ਤਾਂ ਰੱਬ ਕਹਿੰਦਾ ਭਾਈ ਇਹਨਾਂ ਧਾਗੇ ਨੂੰ ਵੀ ਮੈਂ ਤੋੜ ਨਹੀਂ ਸਕਦਾ, ਕਿਉਂਕਿ ਮੇਰਾ ਪਿਆਰ ਹੈ ਇਹਨਾਂ ਨਾਲ। ਇਹਨੂੰ ਪ੍ਰੇਮ ਕਹਿੰਦੇ, ਇਹਨੂੰ ਮੁਹੱਬਤ ਕਹਿੰਦੇ। ਹੁਣ ਗੱਲ ਜ਼ਰਾ ਸਮਝਣੀ, ਇੱਧਰ ਐਡੀ ਮਜ਼ਬੂਤ ਰੱਸੀ ਸੀ, ਸ਼੍ਰੀ ਕ੍ਰਿਸ਼ਨ ਆਜ਼ਾਦ ਹੋ ਗਏ। ਉਧਰ ਇੱਕ ਦਿਨ ਮਾਂ ਯਸ਼ੋਦਾ ਨੇ ਕਹਿੰਦੇ ਕ੍ਰਿਸ਼ਨ ਦੇ ਆਲੇ ਦੁਆਲੇ ਇੱਕ ਲਕੀਰ ਖਿੱਚ ਦਿੱਤੀ, ਇਹ ਤੋਂ ਬਾਹਰ ਨਹੀਂ ਜਾਣਾ ਤੂੰ। ਸਮਝਦੇ ਹੋ ਕਿ ਨਹੀਂ? ਕੋਲੇ ਦੇ ਨਾਲ ਇੱਕ ਕੋਇਲਾ ਲਿਆ, ਚੁੱਲ੍ਹੇ ਦੇ ਵਿੱਚੋਂ ਲਕੀਰ ਖਿੱਚਤੀ, ਇਹ ਤੋਂ ਬਾਹਰ ਨਹੀਂ ਜਾਣਾ ਤੂੰ। ਤਾਂ ਸ਼੍ਰੀ ਕ੍ਰਿਸ਼ਨ ਉੱਥੇ ਖੜ ਗਏ। ਕੋਈ ਬੰਧਨ ਨਹੀਂ ਹੈ, ਕੋਈ ਰੱਸੀ ਨਹੀਂ ਹੈ। ਉਹਨੇ ਰੱਸੀ ਬੰਨੀ ਸੀ, ਉਹ 'ਚੋਂ ਆਜ਼ਾਦ ਹੋ ਗਏ। ਪਰ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਅੰਦਰ ਲਾਈਨ ਦੇ ਅੰਦਰ ਖੜੇ ਰਹੇ ਸ਼੍ਰੀ ਕ੍ਰਿਸ਼ਨ, ਬਾਹਰ ਨਹੀਂ ਗਏ। ਜ਼ਰਾ ਧਿਆਨ ਦੇਣਾ। ਹੁਣ ਜਦੋਂ ਸ਼ਾਮ ਨੂੰ ਉਹਨਾਂ ਦੇ ਪਿਤਾ ਜੀ ਆਏ, ਸ਼੍ਰੀ ਕ੍ਰਿਸ਼ਨ ਦੇ ਪਿਤਾ ਜੀ ਆ ਕੇ ਪੁੱਛਿਆ ਕਾਨਾ ਤੂੰ ਇੱਥੇ ਖੜਾ ਕੀ ਕਰ ਰਿਹਾ, ਚੱਲ। ਉਹ ਕਹਿੰਦੇ ਨਹੀਂ, ਜਦ ਤੱਕ ਮਾਂ ਇਹ ਰੇਖਾ ਨਹੀਂ ਮਿਟਾਉਂਦੀ ਮੈਂ ਇਸ ਤੋਂ ਬਾਹਰ ਨਹੀਂ ਜਾ ਸਕਦਾ। ਤੂੰ ਹੱਸ ਕੇ ਕਿਹਾ ਕਿ ਤੂੰ ਕਦੋਂ ਤੋਂ ਇਹ ਚੀਜ਼ਾਂ ਮੰਨਣ ਲੱਗ ਗਿਆ, ਤੂੰ ਤਾਂ ਬੰਧਨਾਂ ਨੂੰ ਨਹੀਂ ਮੰਨਦਾ, ਇਹ ਰੇਖਾ ਕੀ ਹੈ? ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਹ ਉਹਦੇ ਪਿਆਰ ਦੀ ਰੇਖਾ, ਔਰ ਮੈਂ ਕਿਸੇ ਦੇ ਪਿਆਰ ਨੂੰ ਤੋੜ ਨਹੀਂ ਸਕਦਾ। ਕਹਿੰਦੇ ਨਾ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਜਿਹਦੀ ਬਾਹ ਫੜਦੇ ਉਹਨੂੰ ਛੋੜਦੇ ਨਹੀਂ। ਇਹੀ ਤਾਂ ਉਹਦੀ ਅਦਾ ਹੈ ਕਿ ਸੰਗਲ ਤੋੜ ਸਕਦੇ ਹੈ, ਬੜੇ ਬੜੇ ਬੰਧਨ ਤੋੜ ਸਕਦੇ ਹੈ, ਪਰ ਜਿੱਥੇ ਪਿਆਰ ਹੈ ਨਾ, ਪਿਆਰ ਵਿੱਚ परमात्मा भी मजबूर हो जाता है कि मेरा प्यारा है, ये दिल नहीं मैं तोड़ सकता। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।